परम सत्कारयोग सतगुरां दी साजी और नवाजी हुई साध संगत जीओ, आप माई भाई धनता दे योग हों। जिन्हां नूं अमृत वेला प्राप्त होया, अमृत वेला सतनाम वडियाई विचार करमी आवे कपड़ा नदरी मोख द्वार। अमृत वेले दा जागना जे कोई जागे नित, महाराज जी कहते जिहड़े अमृत वेले नित जागदे ने, जिहड़े अमृत वेले नित जागदे ने, अमृत वेले दा जागना जे कोई जागे नित, एक वडेंदी आरजा दूजा साहिब आवे चित। जिहड़े अमृत वेले जागदे ने महाराज जी कहते उन्हां दी उम्र है जिहड़ी ओह लम्मी हुंदी आ, ते दूजा वाहिगुरू परमेसर चेते आउंदा है। वो रब वो वाहिगुरू चेते आउंदा है। इस करके अमृत वेला जिवें आपां कहने भी तड़का, आम तड़का कह दिंदे आ, तड़का हो गया। जिहड़ी चीज़ नूं दाल सब्जी साग किसी नूं भी चीज़ नूं तड़का लग जाए ਉਹ ਸਵਾਦ ਦਿਸ਼ਟ ਬਣ ਜਾਂਦੀ ਆ। ਇਸੇ ਤਰ੍ਹਾਂ ਜਿਹੜਾ ਅੰਮ੍ਰਿਤ ਵੇਲਾ ਹੈ ਤੜਕਾ ਹੈ, ਜੇ ਕਿਤੇ ਸਰੀਰ ਨੂੰ ਇਹ ਲੱਗ ਜਾਏ ਤਾਂ ਜ਼ਿੰਦਗੀ ਗੁਰਮੁਖ ਪਿਆਰਿਓ ਸਵਾਦ ਦਿਸ਼ਟ ਬਣ ਜਾਂਦੀ ਆ, ਗਿਆਨਵਾਨ ਬਣ ਜਾਂਦੀ ਆ, ਸੋਝੀ ਆ ਜਾਂਦੀ ਆ, ਪਤਾ ਲੱਗ ਜਾਂਦਾ ਹੈ। ਆਓ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕੀ ਕਹਿੰਦੇ ਆ, ਕਰੀਏ ਜਰਾ ਸਰਵਣ। आसा महला पंजवा, तू मेरा तरंग हम मीन तुम्हारे, तू मेरा ठाकर हम तेरे द्वारे। तू मेरा पानी है ते मैं तेरी मछली हाँ, तू मेरा साहिब है मैं तेरे बूहे दा मंगता हाँ। असी सारे ही वाहिगुरू परमेश्वर दे भाई मंगते हाँ। कोई दर तो कुछ मंगदा है, कोई कुछ मंगदा है। वाहिगुरू परमेश्वर दे दर तो असी कुछ ना कुछ मंगते रहने आ। तो सतगुरु महाराज जी कहते तू मेरा करता हूँ सेवक तेरा, शरण गही प्रभु गुणी गहेरा रहाओ। महाराज जी कहते तू मेरा सिरजनहार है, मैं तेरा टहलुआ, टहलुआ कहते ने भाई सेवक नूं, मैं तेरा सेवक हाँ। तेरी पनाह पकड़ी है हे गंभीर उत कृष्टि ताइया, गुणी गहेरा गुणा का खजाना मालक है। उहदे विच इन्ने गुण ने कि वह खजाना है। महाराज जी कहते सब गुण तेरे मैं नाही कोई, बंदे दे अपने गुण कोई नहीं है, ये गुण सारे भाई परमेश्वर दे ने, किसी विच कोई गुण है
ਕਿਸੇ ਵਿੱਚ ਕੋਈ ਗੁਣ ਹੈ, ਕਿਸੇ ਵਿੱਚ ਕੋਈ ਗੁਣ ਹੈ। ਮਹਾਰਾਜ ਜੀ ਕਹਿੰਦੇ ਤੂੰ ਮੇਰਾ ਜੀਵਨ ਤੂੰ ਆਧਾਰ, ਤੁਝੇ ਪੇਖ ਬਿਗਸੇ ਕਲਾਲਾਰ। ਮਹਾਰਾਜ ਜੀ ਕਹਿੰਦੇ ਤੂੰ ਮੇਰੀ ਜਿੰਦ ਜਾਨ ਹੈ ਅਤੇ ਤੂੰ ਹੀ ਮੇਰਾ ਆਸਰਾ ਹੈ। ਤੈਨੂੰ ਵੇਖਣ ਨਾਲ ਮੇਰਾ ਦਿਲ ਕਮਲ ਦੇ ਫੁੱਲ ਵਾਂਗੂ ਖਿੜ ਜਾਂਦਾ। ਜਿਹੜਾ ਗੁਰਸਿੱਖ ਹੈ ਨਾ, ਉਹ ਜਦੋਂ ਗੁਰੂ ਦੇ ਦਰਸ਼ਨ ਕਰਦਾ ਤੇ ਕਮਲ ਦੇ ਫੁੱਲ ਵਾਂਗ ਖਿੜ ਜਾਂਦਾ। ਮਹਾਰਾਜ ਜੀ ਕਹਿੰਦੇ ਗੁਰਸਿੱਖ ਦਾ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾ ਸਾਹਮਣੇ। ਜਦੋਂ ਅਸੀਂ ਗੁਰੂ ਨੂੰ ਸਾਹਮਣੇ ਦੇਖਦੇ ਹਾਂ, ਤੱਕਦੇ ਹਾਂ, ਤਾਂ ਪਿਆਰਿਓ ਤਨ ਵੀ ਤੇ ਮਨ ਵੀ ਨਿਹਾਲ ਹੋ ਜਾਂਦਾ ਹੈ। ਜਦੋਂ ਗੁਰੂ ਨੂੰ ਸਾਹਮਣੇ ਦੇਖਦੇ ਹਾਂ। ਇੱਕ ਗੁਰਸਿੱਖ ਸੀ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਿਆਰ ਬੜਾ ਕਰਦਾ ਸੀ, ਪਰ ਕਦੇ ਦਰਸ਼ਨ ਨਹੀਂ ਸੀ ਕੀਤੇ। ਅਨੰਦਪੁਰ ਸਾਹਿਬ ਨਹੀਂ ਸੀ ਗਿਆ ਕਦੇ, ਪਰ ਪਿਆਰ ਬੜਾ ਕਰਦਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਲ, ਪਰਮੇਸ਼ਰ ਦੇ ਨਾਲ ਭਾਈ ਪ੍ਰੇਮ ਕੀਤਾ ਹੈ, ਉਹਨਾਂ ਨੇ ਪਰਮੇਸ਼ਰ ਨੂੰ ਪਾ ਲਿਆ। ਆਖੋ ਸਤਿਨਾਮ। ਉਹ ਗੁਰਸਿੱਖ ਬੜਾ ਪਿਆਰ ਕਰਦਾ ਸੀ। ਤਾਂ ਗੁਰਮੁਖ ਪਿਆਰਿਓ ਉਹਨਾਂ ਨੂੰ ਸੰਗਤਾਂ ਕਹਿਣ ਲੱਗਿਆ, ਕਹਿੰਦੇ ਭਾਈ ਜਗਤਿਆ, ਉਹਦਾ ਨਾਮ ਭਾਈ ਜਗਤਾ ਸੀ। ਭਾਈ ਜਗਤਿਆ ਚੱਲ ਤੈਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੈ ਚੱਲੀਏ, ਗੁਰੂ ਦੇ ਕੋਲ ਲੈ ਚੱਲੀਏ। ਭਾਈ ਜਗਤਾ ਕਹਿੰਦਾ ਮੈਨੂੰ ਲੈ ਕੇ ਚੱਲੋਗੇ ਤੁਸੀਂ? ਕਹਿੰਦੇ ਹਾਂ ਲੈ ਕੇ ਚੱਲਾਂਗੇ। ਚੱਲ ਤੂੰ ਸਾਡੇ ਨਾਲ ਚੱਲ, ਤੂੰ ਗੁਰੂ ਨੂੰ ਪਿਆਰ ਤਾਂ ਕਰਦਾ, ਪਰ ਤੈਂ ਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਹੀ ਨਹੀਂ ਕੀਤੇ ਆ। ਤੂੰ ਕਦੇ ਅਨੰਦਪੁਰ ਸਾਹਿਬ ਹੀ ਨਹੀਂ ਗਿਆ, ਚੱਲ ਸਾਡੇ ਨਾਲ ਚੱਲ। ਕਹਿੰਦਾ ਇੱਕ ਸ਼ਰਤ ਤੇ ਜਾਵਾਂਗਾ। ਉਹ ਕਹਿੰਦੇ ਕਿਹੜੀ ਸ਼ਰਤ ਆ ਤੇਰੀ? ਐਸੀ ਕਿਹੜੀ ਸ਼ਰਤ ਆ ਤੇਰੀ? ਕਹਿੰਦਾ ਵੀ ਮੇਰੀ ਇਹ ਸ਼ਰਤ ਆ, ਪੈਰਾਂ ਨੂੰ ਘੁੰਗਰੂ ਬੰਨ੍ਹ ਕੇ ਤੇ ਮੈਂ ਤਾਂ ਨੱਚਦਾ ਜਾਵਾਂਗਾ। ਹੁਣ ਜੰਗਲ ਬੀਆਬਾਨ ਦੇ ਰਸਤੇ ਹੋਇਆ ਕਰਦੇ ਸੀ ਅੱਗੇ, ਪੈਦਲ ਤੁਰ ਕੇ ਜਾਇਆ ਕਰਦੇ ਸੀ ਜੰਗਲ ਬੀਆਬਾਨ ਦੇ। ਆ ਜਿਹੜਾ ਹੁਣ ਆਪਣਾ ਨਾਭੇ ਵਾਲਾ ਰਸਤਾ, ਇਹਦਾ ਹੁਣ ਵੀ ਜੰਗਲ ਬੀਆਬਾਨ ਵਾਂਗੂ ਹੀ ਲੱਗਦਾ। ਰਾਤ ਨੂੰ ਡਰ ਲੱਗਦਾ ਆਉਂਦੇ ਜਾਂਦਿਆਂ ਨੂੰ। ਅਸੀਂ ਜਦੋਂ ਮਹਾਂਪੁਰਸ਼ਾਂ ਦੇ ਕੋਲ ਰਹਿੰਦੇ ਸੀ, ਇਹ ਜਿਹੜਾ ਰੋਡ ਆ, ਜਦ ਤਵਨ ਟੱਕੀ ਸਾਹਿਬ ਰਹਿੰਦੇ ਸੀ ਨਾ, ਇਹ ਜਿਹੜਾ ਰੋਡ ਹੈ ਤਾਂ ਹੁਣ ਥੋੜ੍ਹੇ ਚਿਰ ਤੇ ਬਣਿਆ, ਇਹ ਕੱਚਾ ਹੁੰਦਾ ਸੀ ਅੱਗੇ। ਬੱਸ ਦੇ ਵਿੱਚ ਬੜੇ ਔਖੇ ਜਾਂਦੇ ਸੀ, ਬੜੇ ਟੋਏ ਹੁੰਦੇ ਸੀ। ਜੰਗਲ ਬੀਆਬਾਨ ਦੇ ਰਸਤੇ ਵਾਂਗੂ ਸੀ, ਜੰਗਲ ਆਲੇ ਦੁਆਲੇ ਸਾਰੇ ਪਾਸੇ। ਹੁਣ ਜੰਗਲ ਬੀਆਬਾਨ ਦਾ ਰਸਤਾ ਭਾਈ ਜਗਤਾ ਕਹਿੰਦਾ ਵੀ ਜਾਵਾਂ, ਜੇ ਮੈਨੂੰ ਲੈ ਕੇ ਜਾਣਾ ਮੈਂ ਤਾਂ ਪੈਰਾਂ ਨੂੰ ਘੁੰਗਰੂ ਬੰਨ੍ਹ ਕੇ ਮੈਂ ਨੱਚਦਾ ਜਾਵਾਂਗਾ। ਉਹ ਮੇਰੇ ਵਰਗੇ ਕਈ ਲੱਗੇ ਕਹਿਣ, ਕਹਿੰਦੇ ਯਾਰ ਛੱਡੋ ਪਰੇ ਨੂੰ, ਕਹਿੰਦੇ ਆਪਾਂ ਨੇ ਤੇਜ਼ ਤੇ ਤੁਰਨਾ, ਨੱਚਦਾ ਜਾਣਾ ਤਾਂ ਦੁੱਗਣਾ ਤਿੱਗਣਾ ਟਾਈਮ ਲਾ ਦੇਣੇ ਨੇ। ਉਹ ਕਈ ਜਿਹੜੇ ਪਰਉਪਕਾਰੀ ਹੁੰਦੇ ਨੇ, ਜਿਹੜੇ ਪਰਉਪਕਾਰੀ ਪਰਾਏ ਬੰਦੇ ਤੇ ਉਪਕਾਰ ਕਰਦੇ ਨੇ, ਆਪਣੇ ਤਾਂ ਆਪਾਂ ਹਰੇਕ ਹੀ ਪਰਉਪਕਾਰ ਕਰਦੇ ਆ, ਪਰ ਪਰਉਪਕਾਰੀ ਹੁੰਦੇ ਆ ਸਾਧੂ, ਰੱਬ ਦੇ ਪਿਆਰੇ, ਜਿਹੜਾ ਦੂਜਿਆਂ ਦਾ ਭਲਾ ਲੋਚਦੇ ਆ। ਸਤਿਗੁਰੂ ਜੀ ਨੇ ਸਾਨੂੰ ਸਿਖਾਇਆ ਹੀ ਇਹ ਆ, ਤੇਰੇ ਭਾਣੇ ਸਰਬੱਤ ਦਾ ਭਲਾ। ਜਦੋਂ ਅਸੀਂ ਸਰਬੱਤ ਦਾ ਭਲਾ ਮੰਗਾਂਗੇ ਨਾ, ਤਾਂ ਗੁਰਮੁਖ ਪਿਆਰਿਓ ਸਭ ਤੋਂ ਪਹਿਲਾਂ ਸਾਡਾ ਭਲਾ ਹੋਣਾ। ਆਖੋ ਸਤਿਨਾਮ। ਜੇ ਕਿਸੇ ਦਾ ਬੁਰਾ ਲੋਚਾਂਗੇ ਨਾ, ਬੁਰਾ ਮੰਗਾਂਗੇ, ਤਾਂ ਮਾਫ ਕਰ ਦਿਓ, ਸਭ ਤੋਂ ਪਹਿਲਾਂ ਸਾਡੇ ਬੁਰਾ ਹੋਣਾ। ਆਖੋ ਸਤਿਨਾਮ। ਇਹ ਪੱਕੀ ਗੱਲ ਹੈ। ਇਹ ਸਤਿਗੁਰੂ ਜੀ ਸਾਨੂੰ ਗੁਰਬਾਣੀ ਦੇ ਵਿੱਚ ਸਮਝਾਉਂਦੇ ਨੇ, ਸਤਿਗੁਰੂ ਜੀ ਸਾਨੂੰ ਸਿੱਖਿਆ ਦਿੰਦੇ ਨੇ।
ਹੁਣ ਭਾਈ ਜਗਤਾ ਕਹਿੰਦਾ ਵੀ ਨੱਚਦਾ ਜਾਊਂਗਾ, ਜੇ ਲੈ ਕੇ ਜਾਣਾ ਤਾਂ ਦੇਖ ਲਓ ਸ਼ਰਤ ਮਨਜ਼ੂਰ ਆ। ਜਿਹੜੇ ਪਰਉਪਕਾਰੀ ਸਨ ਕਹਿੰਦੇ ਵੀ ਚੱਲ ਜਿਵੇਂ ਮਰਜੀ ਚੱਲ, ਤੈਨੂੰ ਲੈ ਕੇ ਜਾਣਾ। ਹੁਣ ਭਾਈ ਜਗਤੇ ਨੇ ਪੈਰਾਂ ਨੂੰ ਘੁੰਗਰੂ ਬੰਨ ਲਏ ਤੇ ਨੱਚਦੇ ਗਿਆ। ਸਵੇਰ ਦੇ ਚੱਲੇ ਹੋਏ ਗੁਰਮੁਖ ਪਿਆਰਿਓ ਸ਼ਾਮਾਂ ਪੈ ਗਈਆਂ, ਅਨੰਦਪੁਰ ਸਾਹਿਬ ਪਹੁੰਚੇ। ਅੱਗੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੰਗਤਾਂ ਦੇ ਵਿੱਚ ਬੈਠੇ ਆ, ਜਿਵੇਂ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਣੇ ਵਿੱਚ ਬੈਠੇ ਆ। ਅਨੰਦਪੁਰ ਦੀ ਧਰਤੀ ਤੇ ਬੜਾ ਇਕੱਠ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਮਰੇ ਤੋਂ ਬਾਹਰ ਆਉਂਦੇ ਹੁੰਦੇ ਸੀ ਨਾ, ਤਾਂ ਮੱਥਾ ਟੇਕਣ ਵਾਲੇ ਲੱਖਾਂ ਲੋਕੀ ਖੜੇ ਹੁੰਦੇ ਸੀ। ਆਖੋ ਸਤਨਾਮ। ਲੱਖਾਂ ਹੀ ਲੋਕੀ ਖੜੇ ਹੁੰਦੇ ਸੀ ਮਿਲਣ ਵਾਸਤੇ, ਮਹਾਰਾਜ ਜੀ ਨੂੰ ਦਰਸ਼ਨ ਕਰਨ ਵਾਸਤੇ। ਹੁਣ ਭਾਈ ਜਗਤਾ ਨੱਚਦਾ ਗਿਆ ਤੇ ਸਤਿਗੁਰੂ ਜੀ ਆਸਣ ਦੇ ਉੱਤੇ ਬੈਠੇ ਨੇ। ਸੰਗਤਾਂ ਬੈਠੀਆਂ ਨੇ ਗੁਰੂ ਦੇ ਚਰਨਾਂ ਦੇ ਵਿੱਚ। ਭਾਈ ਜਗਤਾ ਜਦੋਂ ਨੱਚਦਾ ਨਾ ਗੁਰੂ ਦੇ ਸਾਹਮਣੇ ਆਇਆ। ਕੱਲ ਦੱਸਿਆ ਸੀ ਵੀ ਦੁਨਿਆਵੀ ਪ੍ਰੀਤੀਆਂ ਇੱਕ ਅੰਗੀਆਂ ਨੇ, ਇੱਕ ਪ੍ਰੇਮ ਕਰਦਾ ਤੇ ਦੂਜਾ ਨਹੀਂ ਕਰਦਾ। ਗੁਰੂ ਦੀ ਪ੍ਰੀਤੀ ਹੈ ਉਹ ਦੋ ਅੰਗੀ ਹੁੰਦੀ ਹੈ। ਜੇ ਸਿੱਖ ਗੁਰੂ ਨੂੰ ਪਿਆਰ ਕਰਦਾ ਤੇ ਗੁਰੂ ਵੀ ਫਿਰ ਸਿੱਖ ਨੂੰ ਵੱਧ ਕੇ ਪਿਆਰ ਕਰਦਾ। ਜਦੋਂ ਭਾਈ ਜਗਤਾ ਨੱਚਦਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆਇਆ ਤਾਂ ਸੱਚ ਕਰਕੇ ਜਾਣਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਸਣ ਤੋਂ ਖੜੇ ਹੋ ਕੇ ਭਾਈ ਜਗਤੇ ਨੂੰ ਗਲਵੱਕੜੀ ਦੇ ਵਿੱਚ ਲੈ ਲਿਆ। ਆਖੋ ਸਤਨਾਮ। ਇਹ ਨਹੀਂ ਵੇਖਿਆ ਵੀ ਇਹਦੇ ਕੱਪੜੇ ਲਿਬੜੇ ਹੋਏ ਨੇ ਰੇਤੇ ਨਾਲ। ਇਹ ਨਹੀਂ ਵੇਖਿਆ ਵੀ ਮੇਰੇ ਵਸਤਰ ਖਰਾਬ ਹੋ ਜਾਣੇ ਨੇ। ਮਹਾਰਾਜ ਜੀ ਨੇ ਇਹ ਵੇਖਿਆ ਜਿਹੜਾ ਉਹਦੇ ਵਿੱਚ ਪਿਆਰ ਸੀ, ਜਿਹੜੀ ਸਰਧਾ ਸੀ, ਭਾਵਨਾ ਸੀ, ਉਹ ਵੇਖਿਆ। ਗਲਵੱਕੜੀ ਦੇ ਵਿੱਚ ਲਿਆ ਜਦੋਂ ਸਾਰੇ ਹੈਰਾਨ ਹੋ ਗਏ। ਇਸ ਤਰ੍ਹਾਂ ਭਾਈ ਸਤਿਗੁਰੂ ਆਪਣੇ ਸਿੱਖਾਂ ਨੂੰ ਪਿਆਰ ਕਰਦਾ ਹੈ। ਇਸ ਤਰ੍ਹਾਂ ਸਤਿਗੁਰੂ ਆਪਣੇ ਸਿੱਖਾਂ ਦਾ ਸਤਿਕਾਰ ਕਰਦਾ ਹੈ। ਤਾਂ ਵਿਚਾਰ ਚੱਲ ਰਹੀ ਸੀ, ਉਹ ਵਾਹਿਗੁਰੂ ਪਰਮੇਸ਼ਰ ਮਾਲਕ ਗੁਣਾਂ ਦਾ ਖਜ਼ਾਨਾ ਹੈ। ਤੂੰ ਮੇਰੀ ਜਿੰਦ ਜਾਨ ਹੈ ਤੇ ਤੂੰ ਹੀ ਮੇਰਾ ਆਸਰਾ ਹੈ। ਤੈਨੂੰ ਵੇਖਣ ਨਾਲ ਮੇਰਾ ਦਿਲ ਕਮਲ ਦੇ ਫੁੱਲ ਵਾਂਗ ਖਿੜ ਜਾਂਦਾ। ਜਿਹੜਾ ਗੁਰਸਿੱਖਾ ਨਾ ਗੁਰੂ ਦੇ ਦਰਸ਼ਨ ਕਰਦਾ, ਉਹ ਦੇਖ ਕੇ ਗੁਰਮੁਖ ਪਿਆਰਿਓ ਮਹਾਰਾਜ ਜੀ ਕਹਿੰਦੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ। ਜਦੋਂ ਗੁਰੂ ਨੂੰ ਸਾਹਮਣੇ ਬੈਠਾ ਤੱਕਦਾ ਨਾ ਤੇ ਤਨ ਵੀ ਤੇ ਮਨ ਵੀ ਨਿਹਾਲ ਹੋ ਜਾਂਦਾ। ਆਖੋ ਸਤਨਾਮ। ਤੁਸੀਂ ਰੋਜ਼ ਗੁਰਦੁਆਰਾ ਸਾਹਿਬ ਆਈ ਜਾਓ। ਇੱਕ ਦਿਨ ਨਾ ਆਇਓ, ਤੁਹਾਨੂੰ ਐਂ ਲੱਗੇਗਾ ਵੀ ਅੱਜ ਪਤਾ ਨਹੀਂ ਕੀ ਹੋ ਗਿਆ। ਸਰੀਰ ਹੋਰ ਤਰ੍ਹਾਂ ਦਾ ਲੱਗੇਗਾ, ਵੀ ਜਿਵੇਂ ਕੁਝ ਬਹੁਤ ਵੱਡੀ ਚੀਜ਼ ਖੋ ਗਈ ਹੁੰਦੀ ਆ। ਤਾਂ ਗੁਰਮੁਖ ਪਿਆਰਿਓ, ਗੁਰਸਿੱਖ ਲਈ ਗੁਰੂ ਸਭ ਤੋਂ ਪਹਿਲਾਂ ਹੈ। ਮਹਾਰਾਜ ਜੀ ਕਹਿੰਦੇ ਤੂੰ ਮੇਰੀ ਗਤ ਪਤ ਤੂੰ ਪਰਮਾਨ, ਤੂੰ ਸਮਰੱਥ ਮੈਂ ਤੇਰਾ ਤਾਣ। ਤੂੰ ਮੇਰੀ ਮੁਕਤੀ ਤੇ ਇੱਜ਼ਤ ਅੰਵਾਰੂ ਹੈ ਅਤੇ ਤੂੰ ਹੀ ਕਬੂਲ ਕਰਨਹਾਰ ਹੈ। ਵਾਹਿਗੁਰੂ ਹੀ ਮੁਕਤੀ ਦੇਣ ਵਾਲਾ। ਤਾਂ ਗੁਰਮੁਖ ਪਿਆਰਿਓ, ਵਾਹਿਗੁਰੂ ਹੀ ਇੱਜ਼ਤ ਰੱਖਣ ਵਾਲਾ ਹੈ ਅਤੇ ਵਾਹਿਗੁਰੂ ਹੀ ਉਹ ਕਬੂਲ ਕਰਦਾ। ਜਦੋਂ ਆ ਸੰਸਾਰ ਤੋਂ ਸੰਸਾਰ ਦੇ ਵਿੱਚ ਜਾਂਦੇ ਆ ਤੇ ਵਾਹਿਗੁਰੂ ਪਰਮੇਸ਼ਰ ਹੀ ਕਬੂਲ ਕਰਦਾ ਹੈ। ਮਹਾਰਾਜ ਜੀ ਕਹਿੰਦੇ ਤੂੰ ਸਰਬ ਸ਼ਕਤੀਵਾਨ ਹੈ, ਤੂੰ ਹੀ ਮੇਰੀ ਸੱਤਿਆ ਹੈ। ਉਹ ਵਾਹਿਗੁਰੂ ਪਰਮੇਸ਼ਰ
ਸਾਰੀਆਂ ਸ਼ਕਤੀਆਂ ਦਾ ਮਾਲਕ ਹੈ। ਤਾਂ ਗੁਰਮੁਖ ਪਿਆਰੇ ਜਿਹੜਾ ਉਹਦਾ ਨਾਮ ਜਪਦੇ ਨੇ ਨਾ, ਉਹਦੀ ਬੰਦਗੀ ਕਰਦੇ ਨੇ, ਭਜਨ ਕਰਦੇ ਨੇ, ਉਹਨਾਂ ਦੇ ਕੋਲ ਵੀ ਸ਼ਕਤੀਆਂ ਆ ਜਾਂਦੀਆਂ ਨੇ। ਆਖੋ ਸਤਨਾਮ। ਅੰਨ ਦਿਨ ਜਪੋ ਨਾਮ ਗੁਣ ਤਾਸ, ਨਾਨਕ ਕੀ ਪ੍ਰਭ ਪਹਿ ਅਰਦਾਸ। ਮਹਾਰਾਜ ਜੀ ਕਹਿੰਦੇ ਮੈਂ ਦਿਨ ਰਾਤ ਸ੍ਰੇਸ਼ਟ ਤਾਈਆਂ ਦੇ ਖਜ਼ਾਨੇ ਦਾ ਉਚਾਰ ਕਰਾਂ, ਭਾਵ ਕਿ ਦਿਨ ਰਾਤ ਉਹ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਵਾਂ। ਦਿਨ ਰਾਤ ਬੇਨਤੀ ਵੀ ਇਹੀ ਕਰਨੀ ਚਾਹੀਦੀ ਹੈ, ਗੁਰੂ ਤੋਂ ਹੋਰ ਨਹੀਂ ਕੁਝ ਮੰਗਣਾ ਚਾਹੀਦਾ। ਕੀ ਮੰਗਣਾ ਚਾਹੀਦਾ ਗੁਰੂ ਤੋਂ? ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਵਾਹਿਗੁਰੂ ਜੀ ਆਪਣਾ ਨਾਮ ਦੇ ਦਿਓ, ਮੈਂ ਤੇਰੇ ਗੁਣ ਗਾਵਾਂ। ਜਦੋਂ ਤੁਸੀਂ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਓਗੇ ਨਾ, ਉਹਦਾ ਸਿਮਰਨ ਕਰੋਗੇ, ਭਜਨ ਕਰੋਗੇ, ਤੇ ਵਾਹਿਗੁਰੂ ਪਰਮੇਸ਼ਰ ਨੇ ਕਿਸੇ ਚੀਜ਼ ਦੀ ਘਾਟ ਰਹਿਣ ਹੀ ਨਹੀਂ ਦੇਣੀ। ਆਖੋ ਸਤਨਾਮ। ਉਹ ਨਹੀਂ ਘਾਟ ਰਹਿਣ ਦਿੰਦਾ ਹੈ। ਉਹਦੇ ਨਾਲ ਜਿਹੜੇ ਸੱਚੇ ਦਿਲੋਂ ਅੰਦਰੋਂ ਪਿਆਰ ਦੇ ਨਾਲ ਜੁੜ ਗਿਆ, ਜਿਹੜੇ ਬਣ ਗਿਆ, ਉਹਨੂੰ ਫਿਰ ਗੁਰਮੁਖ ਪਿਆਰੇ ਕੋਈ ਵੀ ਦੁਨਿਆਵੀ ਚੀਜ਼ ਦੀ ਵੀ ਹੋਰ ਵੀ ਕਿਸੇ ਪ੍ਰਕਾਰ ਦੀ ਘਾਟ ਨਹੀਂ ਰਹਿੰਦੀ ਹੈ। ਮਹਾਰਾਜ ਜੀ ਕਹਿੰਦੇ ਨਾਨਕ ਇਸ ਦੀ ਸੁਆਮੀ ਮੂਹਰੇ ਬੇਨਤੀ ਕਰਦਾ ਹਾਂ, ਮੈਂ ਉਹ ਪਰਮੇਸ਼ਰ ਮੂਹਰੇ ਅੱਗੇ ਬੇਨਤੀ ਕਰਦਾ ਹਾਂ। ਆਸਾ ਮਹੱਲਾ ਪੰਜਵਾਂ। ਰੋਵਣ ਹਾਰੈ ਝੂਠ ਕਮਾਨਾ, ਹੱਸ ਹੱਸ ਸੋਗ ਕਰਤ ਬੇਗਾਨਾ। ਮਹਾਰਾਜ ਜੀ ਕਹਿੰਦੇ ਰੋਣ ਵਾਲਾ ਝੂਠ ਦੀ ਕਮਾਈ ਕਰਦਾ, ਹੋਰਨਾਂ ਦਾ ਆਤਮਾ ਕਰਦਾ ਹੋਇਆ ਉਹ ਖੁਸ਼ੀ ਵਿੱਚ ਹੱਸਦਾ ਹੈ। ਉਹ ਖੁਸ਼ੀ ਦੇ ਵਿੱਚ ਮਹਾਰਾਜ ਜੀ ਕਹਿੰਦੇ ਫਿਰ ਹੱਸਦਾ ਹੈ। ਕੋ ਮੂਆ ਕਾਕੈ ਕਰ ਗਾਵਨ, ਕੋ ਰੋਵੈ ਕੋ ਹੱਸ ਹੱਸ ਪਾਵਨ ਰਹਾਓ। ਮਹਾਰਾਜ ਜੀ ਕਹਿੰਦੇ ਕੋਈ ਜਣਾ ਮਰ ਗਿਆ ਹੈ ਅਤੇ ਕਿਸਦੇ ਗ੍ਰਹਿ ਵਿੱਚ ਗਾਉਣਾ ਵੱਜਦਾ ਹੈ, ਕਿਸਦੇ ਘਰ ਵਿੱਚ ਰੋਣਾ ਪਿੱਟਣਾ ਪਿਆ ਤੇ ਕਿਸਦੇ ਘਰ ਵਿੱਚ ਗਾਉਣਾ ਵਜਾਣਾ ਹੋ ਰਿਹਾ ਹੈ। ਕੋਈ ਬਿਰਲਾਪ ਕਰਦਾ ਹੈ ਤੇ ਕੋਈ ਖਿੜ ਖਿੜ ਕੇ ਹੱਸਦਾ ਹੈ। ਕਈ ਦੇ ਘਰਾਂ ਵਿੱਚ ਬਿਰਲਾਪ ਹੋ ਰਿਹਾ ਤੇ ਕਈ ਭਾਈ ਹੱਸਦੇ ਆ। ਮਹਾਰਾਜ ਜੀ ਕਹਿੰਦੇ ਬਾਲ ਬਵਸਥਾ ਤੇ ਬਿਰਧਾਨਾ, ਪਹੁੰਚਣਾ ਮੁਕਾ ਫਿਰ ਪਛਤਾਨਾ। ਮਹਾਰਾਜ ਜੀ ਕਹਿੰਦੇ ਬਚਪਨ ਤੋਂ ਵਡੇਪੇ ਤਾਈ, ਬਚਪਨ ਤੋਂ ਵਡੇਪੇ ਤੱਕ ਬੰਦਾ ਆਪਣੇ ਨਿਸ਼ਾਨੇ ਨੂੰ ਨਹੀਂ ਅਪੜਦਾ, ਅਖੀਰ ਪਛਤਾਵਾ ਕਰਦਾ। ਭਾਵ ਕਿ ਕੀ ਬੱਚੇ ਤੋਂ ਲੈ ਕੇ ਵਡੇਪੇ ਤੱਕ ਆਪਣੇ ਨਿਸ਼ਾਨੇ ਨੂੰ ਨਹੀਂ ਸਮਝਦਾ ਵੀ ਮੈਂ ਆਇਆ ਕੀ ਕਰਨਾ, ਮੇਰਾ ਕੀ ਨਿਸ਼ਾਨਾ ਹੈ। ਸਾਰੀ ਜ਼ਿੰਦਗੀ ਬੰਦਾ ਆਪਣੀ ਇਸੇ ਤਰ੍ਹਾਂ ਹੀ ਬਤੀਤ ਕਰ ਦਿੰਦਾ, ਪਤਾ ਨਹੀਂ ਲੱਗਦਾ ਵੀ ਕੀ ਕਰਨਾ ਕੀ ਨਹੀਂ ਕਰਨਾ, ਪਤਾ ਨਹੀਂ ਹੁੰਦਾ। ਕਈਆਂ ਨੂੰ ਪਤਾ ਨਹੀਂ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ, ਕਿੱਥੇ ਕਿਹੜੀ ਗੱਲ ਕਰਨੀ ਹੈ ਤੇ ਕਿੱਥੇ ਕਿਹੜੀ ਨਹੀਂ ਗੱਲ ਕਰਨੀ। ਤਾਂ ਗੁਰਮੁਖ ਪਿਆਰਿਓ, ਬਚਪਨ ਤੋਂ ਵਡੇਪੇ ਤੱਕ ਬੰਦਾ ਆਪਣੇ ਨਿਸ਼ਾਨੇ ਤੇ ਨਹੀਂ ਅਪੜਦਾ, ਜਿੱਥੇ ਪਹੁੰਚਣਾ ਚਾਹੀਦਾ। ਸਾਡਾ ਨਿਸ਼ਾਨਾ ਕੀ ਆ? ਗੋਬਿੰਦ ਮਿਲਣ ਕੀ ਇਹੋ ਤੇਰੀ ਵਰੀ ਆ। ਸਾਡਾ ਮੇਨ ਨਿਸ਼ਾਨਾ ਇਹ ਆ ਸੰਸਾਰ ਤੇ ਆਉਣ ਦਾ
कि असी परमेश्वर नूं मिलना है ते परमेश्वर नूं प्राप्त करना है। आखो सतनाम। आ काम वास्ते आया। महाराज जी कहते प्राणी तू आयो लाहा लैन। कदा लाहा लैन वास्ते आया? धीआं पुत्रां दा, जमीनां जायदादां दा, माया दा, कोठियां महल माड़ियां दा, गड्डियां मोटरसाइकिलों का। काहदा लाहा लैण वास्ते आया? असी लाहा लैण वास्ते आया वाहिगुरू परमेश्वर दे नाम दा, नाम जपण वास्ते, बंदगी करन वास्ते। भाई संसार दे विच आया ते परमेश्वर दे नाल भी वादा करके आया। मान लो बंदा बंदे दे नाल कोई वादा कर लवे, अगों वो वादे दे उपर पूरा ना उतरे, मुकरे जाए, तो गुरमुख प्यारिओ फिर की आखोगे भी वो फलाने बंदे वर्गा भाई कोई माड़ा बंदा नहीं है। उन्हें मेरे नाल वादा किया सी पर वो वादे तो पूरा नहीं उतरिया, वो मुकर गया है। बहुत माड़ा बंदा, यही कहांगे ना, बंदा बंदे दे नाल वादा करके मुकर जाए बहुत माड़ा। पर असी तो सारे परमेश्वर दे नाल वादा करके आए ना। असी तो अकाल पुरख वाहिगुरू परमेश्वर दे नाल वादा करके आया। दीन दुनी दे बाली नाल वादा की कीता है वाहिगुरू, आ कुंभी नरक दे विचों कढ दिओ ते संसार दे उत्ते जाके तेरा श्वास श्वास नाम जपांगा। आखो सतनाम। देख लो भाई किन्ना क नाम जपदे आ, नींदे नहीं पूरियां हुंदियां, दिन चढ़े भी बेबे हाका मार दे, पुत्त उठ कर हुण तां दिन चढ़ गया। मेरे वर्गा अख जी खोल के मोरी विच दी देखदा भी सूरज चढ़ भी गया कि बेबे झूठे बोली जांदी आ। फिर कई कहणगे बेबे लिया चाह दा कप लिया, नाले बिस्कुटां दा डब्बा चक लिया। ਉਹ ਕਹੋਗੇ ਪੁੱਤ ਮੂੰਹ ਤਾਂ ਧੋ ਲਾ। ਉਹ ਬਸ ਬੇਬੇ ਸਿਰਾਂ ਦੇ ਮੂੰਹ ਕਿੰਨੇ ਧੋਤੇ ਆ ਲੈ। ਅੱਗੇ ਤਾਂ ਸਿਰ ਜੰਗਲਾਂ ਦੇ ਵਿੱਚ ਮਿਲਦੇ ਸੀ, ਹੁਣ ਰਜਾਈਆਂ ਦੇ ਵਿੱਚ ਮਿਲ ਜਾਂਦੇ ਨੇ। ਆਖੋ ਸਤਨਾਮ। ਕਹਿੰਦੇ ਸਿਰਾਂ ਦੇ ਮੂੰਹ ਕਿੰਨੇ ਧੋਤੇ ਆ। ਐ ਨਹੀਂ ਸਿਰ ਬਣਿਆ ਜਾਣਾ, ਸਿਰ ਬਣਿਆ ਜਾਊਗਾ ਇਸ਼ਨਾਨ ਪਾਣੀ ਕਰੋ ਤੇ ਗੁਰੂ ਦੇ ਦਰਸ਼ਨ ਕਰੋ, ਬੰਦਗੀ ਕਰੋ, ਭਜਨ ਕਰੋ, ਫਿਰ ਸਿਰ ਬਣਿਆ ਜਾਣਾ, ਫਿਰ ਕਿਰਪਾ ਹੋਣੀ ਹੈ ਸਤਿਗੁਰੂ ਮਹਾਰਾਜ ਜੀ ਦੀ। इस करके गुरमुख प्यारिओ वाहिगुरू दा सिमरन करन वास्ते आ संसार दे विच आया। असी तो अपना मनुखा जन्म सफला करन वास्ते आया। बड़ियां संगतां सानूं मिलदियां ने, कहणगे बाबा जी दुखी बड़े आ। असी सेवा भी करदे आ ते दुखी बड़े आ। ये जिहड़े दुख लगे ने तां पिछले जन्मां दे लगे होए ने ना, ये तां हुण भुगत रहे आ। ਜਿਹੜੇ ਸਾਨੂੰ ਦੁੱਖ ਲੱਗਦਾ ਨਾ ਕੋਈ, ਇਹ ਪਿਛਲੇ ਜਨਮਾਂ ਦੇ ਦੁੱਖ ਨੇ, ਜਿਹੜੇ ਪਿਛਲੇ ਜਨਮਾਂ 'ਚ ਕਰਮ ਕਰੇ ਹੋਏ ਨੇ। ਜਿਹੜੇ ਪਿਛਲੇ ਜਨਮਾਂ ਦੇ ਵਿੱਚ ਕਰਮ ਕਰੇ ਨੇ ਉਹਨਾਂ ਨੂੰ ਕੌਣ ਭੋਗੂਗਾ ਭਾਈ। ਹਾਂ ਇਹ ਠੀਕ ਆ ਵੀ ਗੁਰੂ ਦੀ ਸੇਵਾ ਕਰਕੇ, ਗੁਰੂ ਦਾ ਸਿਮਰਨ ਕਰਕੇ, ਬੰਦਗੀ ਕਰਕੇ ਉਹ ਲੇਖ ਬਦਲੇ ਜਾਂਦੇ ਨੇ। ਆਖੋ ਸਤਨਾਮ। ਵੈਸੇ ਤਾਂ ਮਹਾਰਾਜ ਜੀ ਕਹਿੰਦੇ ਲੇਖ ਨਾ ਮਿੱਟੀ, हे सखी जो लिखिया करतार। जो करतार ने लेख लिख दिते वो मिट नहीं सकते, किसी दे विच कोई पावर नहीं भी उन्होंने मिट देगा। हाँ इको एक जगह है, वो जगह है बाबे नानक दी, गुरु नानक दा घर है, जिथे लेख लिखाए भी जाते ने ते लेख मिटाए भी जाते ने। आही एक दारा इत्थे लेख मिटते ने भाई, ते इत्थे लिखे जाते आ, इत्थे असीं आउंदे नहीं। आखो सतनाम। घरे बैठे कहे ने साडे दुख दूर हो जाना। जे डॉक्टर दे कोल जाओगे, कोई दवाई बूटी देवेगा, वो दवाई बूटी लवोगे तां तुहाडा शरीर सैट होएगा, तां ही दुख दूर होएगा ना। जे घरे बैठे
फिर नहीं लोट आना हैगा। ये तो गुरु के दर ਦੀਆਂ खुशियां प्राप्त करनियां ने ना, अपने माड़े कर्मां वाली रेखा मिटानी है ना, तो गुरमुख प्यारे गुरु के दर दे उत्ते आउणा पैना, सत संगत करनी पैनी आ, भजन करना पैना, सिमरन करना पैना, फिर किते कृपा हुंदी आ। हुण रब दे प्यारे साधु संतां महापुरखां कोल संगतां आउंदियां ने, बेनतियां करदियां ने, उन्होंने भी यही कहना हुंदा भाई, उन्हों का वचन हुंदा संतां दा, जे को बचन कमावे संतन का गुरु प्रसादी तरीए। भी भाई गुरु के चरणों के नाल जुड़ो, गुरु घर आया करो, सेवा कराया करो, सिमरन कराया करो, तो वाहिगुरु परमेश्वर ने कृपा कर देनी आ। बचन होंदे ने संतां दे, मन लोगे कृपा हो जानी आ, घर विच बरकतां भी पै जानी। कई कहणगे बाबा जी हाँ भाई घर दे विच माया आउंदी बड़ी आ, पर जांदी दी नहीं पता लगदा किधर ਨੂੰ उड़ गई आ। कदे किसी ने देखा भी घर दे विचों 500 रुपये का नोट भज्जिया जांदा फलाणे सिंह दे, कदे देखा भी है 2000 का नोट वो भाई फलाणे दे घर चों निकल के वो उड़िया जा रहा। जे माया आउंदी है जिथे आपां लाउने उत्थे लगदी, किते हुण ਉਹਦੇ ਕੀ पैर ने विचारी उड़ के बागी बार। ये असीं वਹਿਮਾਂ ਦੇ ਵਿੱਚ ਭਰਮਾਂ ਦੇ ਵਿੱਚ ਪਏ ਹੋਏ ਆ। जे आउंदी आ जिथे लाउने आ ते उत्थे लगदी आ। हाँ ये जरूर आ भी किरत कमाई करदे आ, ਉਹਦੇ ਵਿੱਚ बरकत नहीं पैंदी। बरकत क्यों नहीं पैंदी कि असीं किरत कमाई तो करदे आ, पर वो किरत कमाई कीती हुई विचों गुरु दे लेखे दसबंध नहीं कढ़दे। आखो सतनाम। महाराज जी कहते बाबे के जो दाम न दे हैं तिन से फिर बाबर के ले हैं। जे तू गुरु नूं दिंदा नहीं ना, फिर तेनों डॉक्टरां कोल तां देणियां पैणियां ने, वकीलां पीलां दे कोल तां उत्थे तां देणियां पैणियां। उत्थे कित्थे, उत्थे तां पता नाले हत्थ बन्नेगा। बहुत बहुत धन्नवाद जी, नाले गत्थी नोटां दी फड़ाएगा ते नाले हत्थ बन्नेगा। पर जदों गुरु वाल नूं कोई सेवा का कारज हुंदा, फिर बंदा हत्थ घुटदा। आखो सतनाम। इस करके भाई ये गुरु का दर तां ऐसा है, इत्थे 10 गुणा फलदा है। मैं नहीं कहता ये साडे गुरु साहिबान कहंदे ने, कीता होया पुण्यदान सेवा ये 10 गुणा फलदा है। ये तुहानूं इत्थे ही मिलेगा, अगे नहीं मिलता। इत्थे कृपा होनी आ। इस करके भाई जिन्नी सेवा करोगे उन्नी फायदा है, जिन्ना पुण्यदान करोगे उन्नी फायदा है, उन्नी चढ़दी कला होनी आ, उन्नी कृपा होनी आ, उन्नी मेहर होनी आ। भजन करन दे नाल, सिमरन करन दे नाल चढ़दी कला हुंदी आ। महाराज जी कहंदे पंजवें पातशाह गुरु अर्जन देव महाराज जी कहंदे आ, महाराज जी कहंदे हर मन तन वसिया सोई, जय जयकार करे सब कोई। उन्हां दी फिर जय जयकार हुंदी आ। सच्चे मार्ग चलदे आ उस्तत करे जहान। जदों तुसीं चंगे मार्ग ते चलोगे, चंगा काम करोगे, पुण्यदान करोगे, सेवा सिमरन करोगे, तो फिर सारे ही उस्तत करते हैं। आखो सतनाम। देखा जिहड़ा कोई ठेकिਆਂ ते जांदा भी उन्हां दी कदे उस्तत हुंदी आ। गालां गूलां दा जरूर कढ़दे सुणदे होवोगे तुसीं, पर कदे उस्तत नहीं हुंदी हैगी। जदों तुसीं गुरु दे चरनां 'च आओगे, गुरु दे नाल जुड़ोगे, हर बंदा तुहाडी सिफत करेगा, हर बंदा तुहाडी उस्तत करेगा। जे कोई बाहरों आके भी पूछेगा ना भी भाई वो फलाना बंदा किवें आ, कहणगे जी बड़ा गुरमुख है, तो गुरु घर जांदा, रोज़ बाणी पढ़दा, सिमरन करन वाला, सत संगत करन वाला है। फिर सारे ही उस्तत करते हैं। वो तो जिहड़े करते ने फिर गुरमुख प्यारे जिहड़े गुरु जी ने ना वो भी साथ दिंदे ने। आखो सतनाम। इस करके 10 गुणा फलदा भाई कीता पुण्यदान।
ਅਸੀਂ ਕਿਰਤ ਕਮਾਈ ਕਰਦੇ ਆ ਪਰ ਕਿਰਤ ਕਮਾਈ ਨੂੰ ਸਫਲ ਹੀ ਨਹੀਂ ਕਰਦੇ, ਗੁਰੂ ਦਾ ਦਸਵੰਧ ਨਹੀਂ ਕੱਢਦੇ। ਇਸੇ ਕਰਕੇ ਸਾਡੇ ਘਰਾਂ ਦੇ ਵਿੱਚ ਬਰਕਤਾਂ ਨਹੀਂ ਪੈਂਦੀਆਂ। ਆਖੋ ਸਤਨਾਮ। ਮੈਂ ਨਹੀਂ ਕਹਿੰਦਾ, ਮਹਾਰਾਜ ਦੀ ਬਾਣੀ ਕਹਿੰਦੀ ਆ, ਕਹਿੰਦੇ ਜਿਹੜਾ 10ਵਾਂ ਹਿੱਸਾ ਦਸਵੰਧ ਗੁਰੂ ਦਾ ਨਹੀਂ ਕੱਢਦਾ ਨਾ, ਉਹ ਸਮਝ ਲਓ ਗੁਰੂ ਕਾ ਚੋਰ ਆ। ਮੈਂ ਨਹੀਂ ਕਹਿੰਦਾ, ਬਾਣੀ ਕਹਿੰਦੀ ਹੈ ਭਾਈ, ਜੇ ਅਸੀਂ 10,000 ਰੁਪਇਆ ਕਮਾਉਂਦੇ ਆ ਮਹੀਨੇ ਦਾ ਤਾਂ 1,000 ਰੁਪਇਆ ਗੁਰੂ ਦਾ ਬਣਦਾ 10ਵਾਂ ਹਿੱਸਾ। ਜੇ ਅਸੀਂ 100 ਰੁਪਇਆ ਕਮਾਉਂਦੇ ਆ ਤਾਂ 10 ਰੁਪਏ ਗੁਰੂ ਦੇ ਬਣਦੇ ਆ। ਇਹ ਗੱਲਾਂ ਤਾਂ ਸਾਨੂੰ ਦੱਸੀ ਨਹੀਂ ਕਿਸੇ ਨੇ, ਸਾਨੂੰ ਪਤਾ ਹੀ ਨਹੀਂ ਹੈ ਵੀ ਗੁਰਬਾਣੀ ਕਹਿੰਦੀ ਕੀ ਹੈ, ਗੁਰੂ ਜੀ ਸਾਡੇ ਕੀ ਕਹਿੰਦੇ ਨੇ, ਗੁਰਾਂ ਨੇ ਸਾਨੂੰ ਕਿੱਧਰ ਤੋਰਿਆ ਤੇ ਅਸੀਂ ਕਿੱਧਰ ਤੁਰੇ ਫਿਰਦੇ ਆ। ਅਸੀਂ ਤੁਰੇ ਫਿਰਦੇ ਆ ਮੜੀਆਂ ਮਸਾਣੀਆਂ ਤੇ ਮੱਥੇ ਟੇਕਦੇ ਆ ਵੀ ਇੱਥੋਂ ਵੀ ਕੁਝ ਮਿਲ ਜਾਣਾ, ਇੱਥੋਂ ਵੀ ਕੁਝ ਮਿਲ ਜਾਣਾ। ਐ ਨਹੀਂ ਭਾਈ ਕੁਝ ਮਿਲਣਾ। ਮਹਾਰਾਜ ਜੀ ਕਹਿੰਦੇ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੈ। ਗੁਰੂ ਦੀ ਸ਼ਰਨ ਦੇ ਵਿੱਚ ਆਉਣਾ ਪੈਣਾ ਜੇ ਤੁਸੀਂ ਸੁਖ ਸਦਾ ਵਾਸਤੇ ਚਾਹੁੰਦੇ ਹੋ। ਇਸ ਕਰਕੇ ਕੀਤਾ ਦਾਨ ਭਾਵੇਂ ਕੋਈ ਵੀ ਪੁੰਨ ਦਾਨ ਆ ਉਹ ਫਲਦਾ ਹੈ। ਤੇ 10 ਦੀ ਕਿਰਤ ਕਮਾਈ ਦੇ ਵਿੱਚੋਂ ਮਾਇਆ ਨੂੰ ਦਸਵੰਧ ਜਦੋਂ ਕੱਢਾਂਗੇ, ਗੁਰੂ ਦੇ ਲੇਖੇ ਲਾਵਾਂਗੇ ਤਾਂ ਗੁਰਮੁਖ ਪਿਆਰੇ ਉਹਨੇ 10 ਗੁਣਾ ਫਲਣਾ ਹੈ। ਹੁਣ ਇਹ ਤੁਸੀਂ ਦੇਖਣਾ ਵੀ ਕਿਹੜੇ ਢੰਗ ਨਾਲ ਮਾਇਆ ਲਾਣੀ ਆ, ਕਿਹੜੇ ਢੰਗ ਨਾਲ ਦਸਵੰਧ ਕੱਢਣਾ, ਉਹ 10 ਗੁਣਾ ਫਲੇਗਾ। ਗੁਰੂ ਕਦੇ ਝੂਠ ਨਹੀਂ ਬੋਲਦਾ ਭਾਈ, ਉਹ ਸੱਚਾ ਹੈ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਉਹ ਨਹੀਂ ਕਦੇ ਗੁਰੂ ਝੂਠ ਬੋਲਦਾ। 10 ਗੁਣਾ ਫਲਦਾ। ਆ ਪਿੱਛੇ ਜੇ ਅਸੀਂ ਲੜਕੀਆਂ ਦੇ ਵਿਆਹ ਕੀਤੇ ਆ, 21 ਲੜਕੀਆਂ ਦੇ ਵਿਆਹ ਮਰਿੰਡੇ ਦੀ ਧਰਤੀ ਦੇ ਕੀਤੇ ਆ। ਆਪਣੇ ਸੰਗਤ ਅਮਰੀਕਾ ਕੈਨੇਡਾ ਦੇ ਵਿੱਚ ਘੱਟੋ ਘੱਟ 200-250 ਪਰਿਵਾਰ ਮੇਰੇ ਨਾਲ ਜੁੜਿਆ ਹੋਇਆ, ਬਾਹਰੋਂ ਮਾਇਆ ਭੇਜਦੇ ਰਹਿੰਦੇ ਆ ਸੇਵਾ ਦਸਵੰਧ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਵੀ ਬਾਬਾ ਜੀ ਚੰਗੇ ਕੰਮ ਕਰਦੇ ਆ। ਕਿਸੇ ਪਾਠੀ ਸਿੰਘ ਗ੍ਰੰਥੀ ਸਿੰਘ ਜਿਹੜੇ ਆਰਥਿਕ ਤੌਰ ਤੇ ਡਾਊਨ ਹੁੰਦੇ ਨੇ, ਉਹਨਾਂ ਦੇ ਘਰ ਬਣਾ ਕੇ ਦਿੰਦੇ ਆ, ਲੜਕੀਆਂ ਦੇ ਵਿਆਹ ਕਰਦੇ ਆ। PGI ਦੇ ਵਿੱਚ ਸੰਸਥਾ ਵੱਲੋਂ ਹਰ ਰੋਜ਼ ਲੰਗਰ ਲਾਇਆ ਜਾਂਦਾ, ਖੂਨਦਾਨ ਕੈਂਪ ਚੱਲਦੇ ਆ। ਇਸ ਤਰ੍ਹਾਂ ਦੇ ਕਾਰਜ ਥੋੜ੍ਹੇ ਥੋੜ੍ਹੇ ਚੱਲਦੇ ਰਹਿੰਦੇ ਆ ਸੰਗਤਾਂ ਦੇ ਸਹਿਯੋਗ ਦੇ ਨਾਲ। ਅਮਰੀਕਾ ਦੇ ਵਿੱਚੋਂ 51,000 ਰੁਪਇਆ ਲੜਕੀਆਂ ਦੇ ਵਿਆਹ ਵਾਸਤੇ ਭੇਜਿਆ। ਕਹਿੰਦੇ ਬਾਬਾ ਜੀ ਅਰਦਾਸ ਕਰ ਦਿਓ ਬਸ। ਤਾਂ ਗੁਰਮੁਖ ਪਿਆਰਿਓ 51,000 ਰੁਪਇਆ ਲੜਕੀਆਂ ਦੇ ਵਿਆਹ ਵਾਸਤੇ ਭੇਜਿਆ। 15 ਦਿਨਾਂ ਬਾਅਦ ਮਹਾਰਾਜ ਦੀ ਹਜ਼ੂਰੀ 'ਚ ਬੈਠਾ, ਝੂਠ ਨਹੀਂ ਬੋਲਦਾ, 15 ਦਿਨਾਂ ਬਾਅਦ ਉਹਨਾਂ ਦਾ 10 ਵਾਹਿਗੁਰੂ 15 ਲੱਖ ਰੁਪਏ ਦਾ ਫਾਇਦਾ ਹੋਇਆ। 15 ਲੱਖ ਦਾ। ਉਹਨਾਂ ਨੇ ਆਪ ਫੋਨ ਕਰਕੇ ਦੱਸਿਆ, ਕਹਿੰਦੇ ਬਾਬਾ ਜੀ ਐਸੀ ਕਿਰਪਾ ਹੋਈ ਤੇ ਦਸਵੰਧ ਕੱਢਿਆ ਲੜਕੀਆਂ ਦੇ ਵਿਆਹਾਂ ਵਾਸਤੇ ਤੇ 51,000 ਰੁਪਇਆ ਭੇਜਿਆ ਤੇ 15 ਲੱਖ ਰੁਪਏ ਦਾ ਫਾਇਦਾ ਹੋਇਆ। 31,000 ਰੁਪਇਆ ਉਸੇ ਖੁਸ਼ੀ ਦੇ ਵਿੱਚ ਉਹਨਾਂ ਨੇ ਫੇਰ ਭੇਜਿਆ। ਜਦੋਂ ਅਸੀਂ ਦਸਵੰਧ ਕੱਢਦੇ ਆ ਨਾ, ਫਿਰ ਗੁਰੂ ਵੀ ਦਿੰਦਾ। ਜਦੋਂ ਗੁਰੂ ਤੋਂ ਮੰਗਦੇ ਆ, ਮੰਗਣ ਨੂੰ ਤਾਂ ਅਸੀਂ ਸਾਰਾ ਕੁਝ ਹੀ ਮੰਗੀਏ ਨੇ, ਆਹ ਦੇ ਦਿਓ, ਆਹ ਦੇ ਦਿਓ, ਆਹ ਦੇ ਦਿਓ। ਜਦੋਂ ਗੁਰੂ ਦੀ ਵਾਰੀ ਆਉਂਦੀ ਹੈ ਫਿਰ ਬੰਦਾ ਹੱਥ ਘੁੱਟਦਾ। ਮਹਾਰਾਜ ਜੀ ਕਹਿੰਦੇ ਜੇ ਤੂੰ ਹੱਥ ਘੁੱਟਦਾ ਨਾ, ਚੱਲ ਫਿਰ ਮੈਂ ਵੀ ਹੱਥੇ ਘੁੱਟ ਲੈਣਾ। ਆਖੋ ਸਤਨਾਮ। ਐ ਨੇ ਭਾਈ ਗੱਲਾਂ ਇਹ ਸਾਰੀਆਂ ਹੈ ਤਾਂ ਆਪਾਂ ਨੂੰ ਆਮ ਪਤੀ ਹੈ ਸਾਰੀਆਂ ਗੱਲਾਂ। ਤਾਂ ਸਤਿਗੁਰੂ ਦਾ ਦਸਵੰਧ ਜ਼ਰੂਰ ਕੱਢਣਾ ਚਾਹੀਦਾ। ਜੇ ਕੋਈ 20,000 ਰੁਪਇਆ ਮਹੀਨੇ ਦਾ ਕਮਾਉਂਦਾ ਤਾਂ 2,000 ਰੁਪਇਆ ਗੁਰੂ ਦਾ ਦਸਵੰਧ ਬਣਦਾ ਹੈ। ਜੇ 10,000 ਰੁਪਇਆ ਕਮਾਉਂਦਾ ਤਾਂ 1,000 ਰੁਪਇਆ ਬਣਦਾ। ਜੇ 5,000 ਕਮਾਉਂਦਾ ਤਾਂ 500 ਰੁਪਇਆ ਗੁਰੂ ਦਾ ਦਸਵੰਧ ਕੱਢਦਾ। ਦਸਵੰਧ ਦਾ ਅਸੀਂ ਕੀ ਕੱਢਣਾ? ਅਸੀਂ ਤਾਂ ਇਹ ਦੇਖਦੇ ਹਾਂ ਵੀ ਕੋਈ ਟੁੱਟਿਆ ਹੋਇਆ ਰੁਪਈਆ ਹੈ ਵੀ ਗੋਲਕ ਦੇ ਵਿੱਚ ਪਾ ਦਈਏ ਤੇ ਬਸ ਕੰਮ ਸਰ ਗਿਆ। ਨਹੀਂ ਭਾਈ, ਗੁਰੂ ਨੂੰ ਕੋਈ ਮਾਇਆ ਦੀ ਲੋੜ ਨਹੀਂ ਹੁੰਦੀ।
मैं ਉਹਦੇ ਦੀਵਾਨ ਦੇ ਉੱਤੇ ਦੱਸਿਆ ਸੀ ਵੀ ਗੁਰੂ ਨੂੰ ਕੋਈ ਮਾਇਆ ਦੀ ਲੋੜ ਨਹੀਂ ਹੁੰਦੀ। ਆ ਗੋਲਕ ਰੱਖੀ ਹੈ ਕਾਹਦੇ ਵਾਸਤੇ ਰੱਖੀ ਆ? ਇਹ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੋੜ ਹੈ ਇਹਦੀ? ਇਹ ਕਾਹਦੀ ਲੋੜ ਆ? ਇਹਦੇ ਵਿੱਚੋਂ ਤਨਖਾਹ ਦਿੱਤੀ ਜਾਂਦੀ ਆ। ਇਹਦੇ ਵਿੱਚੋਂ ਆ ਗੁਰੂ ਘਰ ਦੇ ਕੋਈ ਪੱਖਾ ਖਰਾਬ ਹੋ ਗਿਆ, ਕੋਈ ਟੂਬ ਖਰਾਬ ਹੋ ਗਈ, ਕੋਈ ਕੁਛ ਖਰਾਬ ਹੋ ਗਿਆ, ਕੋਈ ਟੂਟੀਆਂ ਖਰਾਬ ਹੋ ਗਿਆ, ਕੋਈ ਬਿੱਲ ਆ ਗਿਆ, ਉਹਦੇ ਵਾਸਤੇ ਇਹ ਹੁੰਦੀ ਆ ਮਾਇਆ। ਤਾਂ ਗੁਰਮੁਖ ਪਿਆਰਿਓ ਖਰਚਾ ਹੋ ਗਿਆ 20,000 ਦਾ, ਨਿਕਲਦਾ 3,000 ਰੁਪਈਆ। ਫਿਰ ਗ੍ਰੰਥੀ ਕਿੱਥੇ ਰਹੂ ਗੁਰਦੁਆਰੇ 'ਚ ਵਧੀਆ ਭਾਈ? ਕਮੇਟੀ ਵਾਲੇ ਨੂੰ ਕਹਾਂਗੇ, ਕਹਿਣਗੇ ਬਾਬਾ ਜੀ ਤੁਹਾਡੇ ਸਾਹਮਣੇ ਆ ਜਿਹੜਾ ਕੁਝ ਨਿਕਲਿਆ ਦੇਖ ਲਓ। ਇਹਦੇ ਵਿੱਚ ਅਸੀਂ ਦੋਸ਼ੀ ਬਣਦੇ ਹਾਂ, ਸਭ ਤੋਂ ਵੱਡੇ ਦੋਸ਼ੀ ਅਸੀਂ ਬਣਦੇ ਹਾਂ, ਕਿਉਂਕਿ ਅਸੀਂ ਬਸ ਰੁਪਈਏ ਨਾਲ ਮੱਥਾ ਟੇਕ ਦਿੰਦੇ ਹਾਂ ਤੇ ਬਸ ਸਰ ਗਿਆ। ਇਹਦੇ ਵਿੱਚੋਂ ਗ੍ਰੰਥੀ ਸਿੰਘ ਦੀ ਤਨਖਾਹ ਨਿਕਲਣੀ ਆ। ਗ੍ਰੰਥੀ ਦੀ ਜਿਹੜੀ ਤਨਖਾਹ ਹੁੰਦੀ ਹੈ, ਉਹਨਾਂ ਨੇ ਆਪਣੇ ਬੱਚੇ ਬਾਲ ਬੱਚੇ ਪੜ੍ਹਾਉਣੇ ਆ, ਕੱਪੜਾ ਲੀੜਾ ਸਵਾਉਣਾ, ਸਾਰਾ ਕੁਝ ਤੁਹਾਡੇ ਸੰਯੋਗ ਦੇ ਨਾਲ ਚੱਲਦਾ ਹੈ। ਇਸ ਕਰਕੇ ਇਸ ਦਸਵੰਧ ਆ ਜਿਹੜਾ ਇਹ ਸਾਨੂੰ ਬਹੁਤ ਜ਼ਰੂਰੀ ਹੁੰਦਾ ਕੱਢਣਾ। ਬੜੀ ਦੁਨੀਆ ਬੜੀ ਸੰਗਤਾਂ ਨੇ ਜਿਨ੍ਹਾਂ ਨੇ ਘਰਾਂ ਦੇ ਵਿੱਚ ਆਪਣੇ ਗੋਲਕਾਂ ਲਾਈਆਂ ਹੋਈਆਂ ਨੇ। ਜਦੋਂ ਤਨਖਾਹ ਆਉਂਦੀ ਆ ਨਾ ਉਹਦੇ ਵਿੱਚ ਇਕੱਠੇ ਕਰੀ ਜਾਂਦੇ ਨੇ। ਇਕੱਠੇ ਕਰਕੇ ਜਦੋਂ 15-20,000 ਰੁਪਏ ਇਕੱਠਾ ਹੋ ਜਾਂਦਾ, ਉਹ ਫਿਰ ਆ ਕੇ ਅਰਦਾਸ ਕਰਾਉਂਦੇ, ਲਓ ਜੀ ਬਾਬਾ ਜੀ ਇਹ ਦਸਵੰਧ ਕੱਢਿਆ ਹੋਇਆ ਜੀ ਸਾਡਾ। ਬਾਹਰਲੇ ਅਮਰੀਕਾ ਕੈਨੇਡਾ ਵਿੱਚ ਸੰਗਤਾਂ ਉਹ ਦਸਵੰਧ ਕੱਢਦੇ ਨੇ, ਉਹਨਾਂ ਦੇ ਘਰੇ ਗੋਲਕਾਂ ਲਾਈਆਂ ਹੁੰਦੀਆਂ ਨੇ। ਗੁਰੂ ਦਾ ਉਹਨਾਂ ਨੇ ਦਸਵੰਧ ਕੱਢਣਾ। ਇਸੇ ਕਰਕੇ ਬਹੁਤੇ ਕਾਮਯਾਬ ਹੁੰਦੇ ਨੇ। ਆਖੋ ਸਤਿਨਾਮ। ਇਸੇ ਕਰਕੇ ਮਾਇਆ ਦੀ ਘਾਟ ਨਹੀਂ ਰਹਿੰਦੀ। ਜਿਹੜੇ ਇੱਥੇ ਵੀ ਇੰਡੀਆ ਦੇ ਵਿੱਚ ਵੀ ਭਾਈ ਦਸਵੰਧ ਕੱਢਦੇ ਨੇ ਗੁਰੂ ਦਾ, ਉਹਨਾਂ ਨੂੰ ਕੋਈ ਘਾਟ ਨਹੀਂ ਰਹਿੰਦੀ। ਆਓ ਸ਼ਬਦ ਦੀ ਵਿਚਾਰ ਚੱਲ ਰਹੀ ਸੀ। ਮਹਾਰਾਜ ਜੀ ਕਹਿੰਦੇ ਵਡੇਪੇ ਤੋਂ ਲੈ ਕੇ ਬਚਪਨ ਤੱਕ ਬੰਦੇ ਨੇ ਆਪਣੇ ਨਿਸ਼ਾਨੇ ਨੂੰ ਸਮਝੀ ਨਹੀਂ ਹੈ ਵੀ ਮੈਂ ਕਰਨ ਕੀ ਹੈ। ਸਾਰੀ ਜ਼ਿੰਦਗੀ ਇਸੇ ਤਰ੍ਹਾਂ ਲਗਾ ਜਾਂਦਾ। ਫਿਰ ਮਹਾਰਾਜ ਜੀ ਕਹਿੰਦੇ ਪਹੁੰਚ ਨਾ ਮੌਕਾ ਫਿਰ ਪਛਤਾਨਾ। ਮਹਾਰਾਜ ਜੀ ਕਹਿੰਦੇ ਬੰਦਾ ਆਪਣੇ ਨਿਸ਼ਾਨੇ ਨੂੰ ਨਹੀਂ ਅਪੜਦਾ, ਅਖੀਰ ਨੂੰ ਫਿਰ ਉਹ ਬੜਾ ਪਛਤਾਉਂਦਾ ਹੈ। ਆਖੋ ਸਤਿਨਾਮ। ਫਿਰ ਪਛਤਾਉਂਦਾ ਹੈ। ਕਦੋਂ? ਜਦੋਂ ਇਹਨੂੰ ਧਰਮਰਾਜ ਦੇ ਪੇਸ਼ ਕੀਤਾ ਜਾਂਦਾ ਉਦੋਂ ਪਛਤਾਉਂਦਾ, ਉਦੋਂ ਪਹਿਲਾਂ ਨਹੀਂ। ਅੱਗੇ ਮਹਾਰਾਜ ਜੀ ਕਹਿੰਦੇ ਨੇ, ਆਓ ਲਾਸਟ ਪੰਕਤੀਆਂ ਪੜ੍ਹ ਕੇ ਸਮਾਪਤੀ ਕਰ ਦਈਏ। ਕੀ ਕਹਿੰਦੇ ਨੇ ਅੱਗੇ? ਤ੍ਰੈ ਗੁਣ ਮੈਂ ਵਰਤੈ ਸੰਸਾਰਾ, ਨਰਕ ਸੁਰਗ ਫਿਰ ਫਿਰ ਅਵਤਾਰਾ। ਮਹਾਰਾਜ ਜੀ ਕਹਿੰਦੇ ਜਹਾਨ ਤਿੰਨਾਂ ਸੁਭਾਵਾਂ ਰਜੋ ਗੁਣ, ਸਤੋ ਗੁਣ, ਤਮੋ ਗੁਣ ਦੇ ਅਧੀਨ ਹੈ। ਇਸ ਲਈ ਜੀਵ ਮੁੜ ਮੁੜ ਕੇ ਦੋਜ਼ਖ ਬਹਿਸ਼ਤ ਵਿੱਚ ਪ੍ਰਵੇਸ਼ ਕਰਦਾ। ਦੋਜ਼ਖ ਅਤੇ ਬਹਿਸ਼ਤ ਦਾ ਮਤਲਬ ਮਹਾਰਾਜ ਜੀ ਕਹਿੰਦੇ ਨਰਕ ਸੁਰਗਾਂ ਦੇ ਵਿੱਚ ਪੈਂਦਾ ਹੈ। ਨਰਕ ਸੁਰਗ ਫਿਰ ਫਿਰ ਅਵਤਾਰਾ। ਇਸ ਲਈ ਜੀਵ ਮੁੜ ਮੁੜ ਕੇ ਦੋਜ਼ਖ ਦੇ ਵਿੱਚ ਅਰੇ ਬਹਿਸ਼ਤ ਦੇ ਵਿੱਚ ਪ੍ਰਵੇਸ਼ ਕਰਦਾ ਹੈ। ਕਹੋ ਨਾਨਕ ਜੋ ਲਾਇਆ ਨਾਮ, ਸਫਲ ਜਨਮ ਤਾ ਕਾ ਪ੍ਰਵਾਨ। ਕਹੋ ਨਾਨਕ ਜੋ ਲਾਇਆ ਨਾਮ, ਸਫਲ ਜਨਮ ਤਾ ਕਾ ਪ੍ਰਵਾਨ। ਤਾਂ ਗੁਰੂ ਜੀ ਕਹਿੰਦੇ ਆ, ਕਹਿੰਦੇ ਜਿਸ ਨੂੰ ਸੁਆਮੀ ਨੇ ਆਪਣੇ ਨਾਮ ਨਾਲ ਜੋੜ ਲਿਆ, ਜਿਸ ਨੂੰ ਉਹ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਨਾਮ ਨਾਲ ਜੋੜਿਆ ਹੈ, ਮਹਾਰਾਜ ਜੀ ਕਹਿੰਦੇ ਉਸ ਇਨਸਾਨ ਦਾ ਜੀਵਨ ਲਾਭਦਾਇਕ ਹੈ ਅਤੇ ਉਹੀ ਮਕਬੂਲ ਹੈ, ਉਹੀ ਪ੍ਰਵਾਨ ਆ ਗੁਰੂ ਦੇ ਚਰਨਾਂ 'ਚ। ਹੁਣ ਤੁਸੀਂ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਹੋਏ ਹੋ,
ਗੁਰੂ ਦੇ ਚਰਨਾਂ ਵਿੱਚ ਆਉਂਦੇ ਹੋ, ਗੁਰੂ ਦੀ ਬਾਣੀ ਸੁਣਦੇ ਹੋ, ਗੁਰੂ ਦੇ ਦਰਸ਼ਨ ਕਰਦੇ ਹੋ ਤੇ ਗੁਰੂ ਦੀ ਖੁਸ਼ੀ ਤੁਹਾਡੇ ਤੇ ਹੈ। ਇਹੀ ਸਮਾਂ ਲਾਹੇਵਦਾਇਕ ਹੈ ਗੁਰਮੁਖ ਪਿਆਰਿਓ। ਸੋ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਭਾਈ ਸਮੇਂ ਔਰ ਸਵੈਸਾਂ ਨੂੰ ਸਫਲੇ ਬਣਾਉਣ ਦਾ ਯਤਨ ਕਰਿਆ ਕਰੋ। ਗੁਰਬਾਣੀ ਸੁਣਿਆ ਕਰੋ, ਗੁਰਬਾਣੀ ਪੜ੍ਹਿਆ ਕਰੋ। ਆ ਗੁਰਬਾਣੀ ਦੀ ਆਪਾਂ ਵਿਚਾਰਾਂ ਕਰ ਰਹੇ ਹਾਂ, ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਲਿਖਿਆ ਹੋਇਆ ਨਾ, ਉਹੀ ਤੁਹਾਨੂੰ ਵਿਚਾਰ ਕਰਕੇ ਸੁਣਾ ਰਹੇ ਹਾਂ। ਜੋ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ, ਜੋ ਅਰਥ ਬਣਦੇ ਆ ਬਾਣੀ ਦੇ, ਉਹੀ ਤੁਹਾਨੂੰ ਸੁਣਾ ਰਹੇ ਹਾਂ। ਜਿਹਨੂੰ ਮਰਜ਼ੀ ਵੱਡੀ ਤੋਂ ਵੱਡੀ ਟਕਸਾਲ ਵਾਲਿਆਂ ਨੂੰ ਪੁੱਛ ਲਿਓ ਅਰਥਾਂ ਦਾ, ਆਹੀ ਅਰਥ ਹੋਣਗੇ ਵੀ ਹਾਂ ਇਹ ਅਰਥ ਠੀਕ ਨੇ। ਇਹ ਜਿਹੜੀ YouTube ਦੀ ਕਥਾ ਕਰਦੇ ਆ ਨਾ, ਬੜੇ ਸਾਧੂ ਸੰਤ ਇਸ ਨੂੰ ਸੁਣਦੇ ਆ, ਇਸ ਨੂੰ ਸੁਣ ਕੇ ਫਿਰ ਅੱਗੇ ਸੁਣਾਉਂਦੇ ਆ। ਖੋਜ ਕਰਨੀ ਕਿਤੇ ਥੋੜ੍ਹੀ ਬਹੁਤੀ ਗੱਲ ਆ। ਤਾਂ ਗੁਰਮੁਖ ਪਿਆਰਿਓ ਬੜੇ ਲਾਹਾ ਲੈਂਦੇ ਨੇ, ਅਮਰੀਕਾ, ਕੈਨੇਡਾ, ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜੇ ਜੁੜੇ ਹੋਏ ਆ ਤੇ ਉਹ ਸੁਣਦੇ ਆ। ਸੋ ਇਸ ਕਰਕੇ ਭਾਈ ਗੁਰਬਾਣੀ ਨੂੰ ਸੁਣਿਆ ਕਰੋ, ਗੁਰਬਾਣੀ ਨੂੰ ਪੜ੍ਹਿਆ ਕਰੋ, ਜੋ ਗੁਰਬਾਣੀ ਕਹਿੰਦੀ ਆ ਉਹਨੂੰ ਮੰਨਿਆ ਕਰੋ। ਅਸੀਂ ਨਾਮ ਜਪਣ ਵਾਸਤੇ, ਬੰਦਗੀ ਕਰਨ ਵਾਸਤੇ ਆਇਆ, ਭਜਨ ਕਰਨ ਵਾਸਤੇ ਆ ਆਇਓ। ਪੜ੍ਹਨ ਸੁਣਨ ਕੋ ਬਾਣੀ, ਗੁਰਬਾਣੀ ਪੜ੍ਹਨ ਸੁਣਨ ਵਾਸਤੇ ਆਇਆ। ਆਇਓ ਪੜ੍ਹਨ ਸੁਣਨ ਕੋ ਬਾਣੀ। ਇਸ ਕਰਕੇ ਬਾਣੀ ਪੜ੍ਹ ਲਿਆ ਕਰੋ, ਜੇ ਨਹੀਂ ਪੜ੍ਹਨੀ ਆਉਂਦੀ ਤਾਂ ਸੁਣ ਲਿਆ ਕਰੋ। ਸੋ ਆਓ ਇੰਨਾ ਕੁ ਸਮਾਂ ਕਰਿਓ ਪ੍ਰਵਾਨ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਕੋਲੋਂ। ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਸੰਗਤਾਂ ਸਤਿਗੁਰੂ ਜੀ ਬਖਸ਼ਣਹਾਰ ਹਨ। ਅੱਗੋਂ ਵਾਸਤੇ ਸਿਰ 'ਤੇ ਮੇਰਾ ਬ੍ਰਤ ਰੱਖ ਕੇ ਸੁੱਧ ਸਪੱਟ ਗੁਰਬਾਣੀ ਪੜ੍ਹਨ ਦੀ, ਸੇਵਾ ਕਰਨ ਦੀ ਸੋਝਿਆ ਜਾਏ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸੋ ਮੇਰੇ ਕੋਲ 4 ਰੁਮਾਲਾ ਸਾਹਿਬ ਦੇ ਪੈਸੇ ਆਏ ਸੀ। 4 ਰੁਮਾਲਾ ਸਾਹਿਬ ਦੇ ਪੈਸੇ ਆਏ ਸੀ ਤੇ ਉਹ ਰੁਮਾਲਾ ਸਾਹਿਬ ਕੱਲ੍ਹ ਲੈ ਕੇ ਆਉਂਦੇ ਆ, ਕੱਲ੍ਹ ਲੈ ਕੇ ਆਉਂਦੇ ਆ। 13 ਮੀਟਰ ਕੱਪੜਾ ਲੈ ਕੇ ਆਂਦਾ। ਸੋ ਵੱਖਰੇ ਵੱਖਰੇ ਕਲਰ ਨੇ, ਮਹਾਰਾਜ ਜੀ ਦੇ ਜਿਵੇਂ ਜਿਵੇਂ ਕਿਰਪਾ ਕੀਤੀ। ਸੋ ਜਿਨ੍ਹਾਂ ਸੰਗਤਾਂ ਵੱਲੋਂ ਮਾਇਆ ਪਹੁੰਚੀ ਆ, ਦੇਖੋ ਬੀਬੀਆਂ ਜਿਹੜੇ ਨਰੇਗਾ ਦੇ ਵਿੱਚ ਕੰਮ ਕਰਦੀਆਂ ਨੇ, ਕਿਸੇ ਨੇ 100 ਰੁਪਈਆ ਪਾਇਆ, ਕਿਸੇ ਨੇ 50 ਰੁਪਏ ਪਾਏ, ਕਿਸੇ ਨੇ 100 ਰੁਪਈਆ ਪਾਇਆ। ਇਸ ਤਰ੍ਹਾਂ ਮਾਇਆ ਇਕੱਠੀ ਕਰ ਕਰਕੇ 1550 ਰੁਪਈਆ ਉਹ ਦੇ ਕੇ ਗਈਆਂ ਸੀ ਮਾਈਆਂ। 10 ਦੀ ਕਿਰਤ ਕਮਾਈ ਕਰਦੇ, ਉਹਨਾਂ ਨੇ ਆਪਣੀ ਮਾਇਆ ਸਫਲੀ ਕੀਤੀ ਆ। ਬਰਕਤਾਂ ਪੈਂਦੀਆਂ ਨੇ ਖਜ਼ਾਨਿਆਂ 'ਚ। ਔਰ ਸਰਦਾਰ ਜੀਤ ਸਿੰਘ ਜੀ ਭੁੱਲਰ, ਉਹਨਾਂ ਵੱਲੋਂ 1300 ਰੁਪਈਆ ਆਇਆ ਸੀ, ਉਹ ਰੁਮਾਲਾ ਸਾਹਿਬ ਲਿਆਂਦੇ ਆ। ਤੇ ਹੋਰ ਇੱਧਰੋਂ ਮੇਰੇ ਸਹੁਰਾ ਸਾਹਿਬ ਆਏ ਸੀ, ਉਹਨਾਂ ਨੇ 1100 ਰੁਪਏ ਦਿੱਤਾ ਸੀ ਤੇ ਉਹ ਰੁਮਾਲਾ ਸਾਹਿਬ ਲੈ ਕੇ ਆਂਦਾ। ਇੱਕ ਮਾਤਾ ਜੀ ਦੇ ਆਪਣਾ ਅਖੰਡ ਪਾਠ ਆਰੰਭ ਹੋਇਆ ਸੀ, ਉਹਦੇ ਤੇ 1100 ਰੁਪਏ ਦੇ ਕੇ ਗਏ ਸੀ, ਉਹ ਰੁਮਾਲਾ ਲਿਆਂਦਾ। ਹੁਣ 1100 ਰੁਪਏ ਤੁਸੀਂ ਦੇ ਕੇ ਗਏ ਹੋ, ਰੁਮਾਲੇ ਆਏ ਨੇ 1400 ਰੁਪਏ ਦਿਓ, ਫਿਰ ਪੱਲੋਂ ਪਾਉਣੇ ਪੈਂਦੇ ਆ ਨਾ। ਚਲੋ ਉਹ ਤਾਂ ਕੋਈ ਗੱਲ ਨਹੀਂ, ਮਹਾਰਾਜ ਦੀ ਸੇਵਾ। ਸੋ ਜਿਹੜੀਆਂ ਸੰਗਤਾਂ ਨੇ ਮਾਇਆ ਪਹੁੰਚਾਈ ਆ ਤੇ ਉਹਨਾਂ ਦਾ ਬਹੁਤ 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 ਧੰਨਵਾਦ ਆ ਭਾਈ। ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ। ਆਪਾਂ ਆਪਣੇ ਬਾਲ ਬੱਚਿਆਂ ਵਾਸਤੇ, ਧੀਆਂ ਪੁੱਤਰਾਂ ਵਾਸਤੇ, ਆਪਣੇ ਵਾਸਤੇ ਵਸਤਰ ਖਰੀਦਦੇ ਆ ਤੇ ਸਤਿਗੁਰੂ ਨੂੰ ਵੀ ਤਾਂ ਆਪਾਂ ਆਪਣਾ ਸਮਝਦੇ ਆ। ਜੇ ਆਪਣਾ ਸਮਝਦੇ ਆ ਫਿਰ ਆਪਾਂ ਨੇ ਖਿਆਲ ਕਰਨਾ ਵੀ ਸਾਡੇ ਸਤਿਗੁਰੂ ਨੂੰ ਕਿਹੜੀ ਚੀਜ਼ ਦੀ ਲੋੜ ਆ, ਕੀ ਚਾਹੀਦੀ ਆ। ਕਹਿਣ ਦੀ ਤਾਂ ਲੋੜ ਹੀ ਨਹੀਂ ਪੈਣੀ ਚਾਹੀਦੀ, ਤਾਂ ਆਪਣੇ ਆਪ ਹੀ ਸਰਧਾ ਦੇ ਨਾਲ, ਭਾਵਨਾ ਦੇ ਨਾਲ ਆਉਣੀ ਚਾਹੀਦੀ ਆ। ਸੋ ਮਹਾਰਾਜ ਦੇ ਬਾਤਰ ਸਮਾਏ ਜਾਣਗੇ। ਸਤਿਗੁਰੂ ਕਿਰਪਾ ਕਰਨ, ਚੜ੍ਹਦੀ ਕਲਾ ਵਿੱਚ ਰੱਖਣ ਸਾਰੀਆਂ ਸੰਗਤਾਂ ਨੂੰ। ਜਿਹੜੇ ਖਜ਼ਾਨਿਆਂ ਵਿੱਚ ਮਾਇਆ ਹਾਜ਼ਰ ਹੋਈ, ਸੋ ਖਜ਼ਾਨੇ ਭਰਪੂਰ ਕਰਨ, ਕਾਲ ਕੰਟਕ ਦੂਰ ਕਰਨ, ਗੁਰਸਿੱਖੀ ਜੀਵਨ ਨਾਮਦਾਨ ਦੀ ਦਾਤ ਬਖਸ਼ਣ। ਸੋ ਕੱਲ੍ਹ ਦੇ ਗਈ ਇੱਕ ਵੀ ਸੇਵਾ ਨਹੀਂ, ਅੱਜ 2 ਇਕੱਠੀਆਂ ਆ ਗਈਆਂ। 2 ਨਾਮ ਬੋਲੇ ਸੀ ਆਪਾਂ ਨੇ, ਇੱਕ ਪਹਿਲਾਂ
ਸਰਦਾਰ ਗੁਰਮੇਲ ਸਿੰਘ ਜੀ ਤੇ ਸਰਦਾਰ ਮੁਖਤਿਆਰ ਸਿੰਘ ਜੀ ਖੂਹ ਵਾਲੇ, ਇਹਨਾਂ ਦੋਨਾਂ ਪਰਿਵਾਰ ਵੱਲੋਂ ਦੇਗ ਦੀ ਸੇਵਾ ਹਾਜ਼ਰਾ। ਆਓ ਕੜਾ ਪ੍ਰਸਾਦੀਆਂ ਦੇਗਾ ਲੈ ਕਰਕੇ ਫਿਰ ਆਪੋ ਆਪਣੇ ਕਾਰੋ ਵਿਹਾਰ ਕਰਨੇ ਨੇ। ਲੋਕ ਸੁਖੀਏ ਪ੍ਰਲੋਕ ਸਹਿਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਆਓ ਸ਼ਲੋਕ ਦੇ ਵਿੱਚ ਬੋਲੀਏ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦੋਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਬਾਚੈ ਧਰਮ ਹੈ ਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖੀ ਉਜਲੇ, ਕੀਤੀ ਛੁੱਟੀ ਨਾਲ, ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖੀ ਉਜਲੇ, ਕੀਤੀ ਛੁੱਟੀ ਨਾਲ, ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖੀ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ